ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਪਹਿਲਾ। ਸੱਬੇ ਕੰਤ ਮਹੇਲੀਆਂ ਸਗਲੀਆਂ ਕਰੇ ਸ਼ਿੰਗਾਰ। ਗਣਤ ਗਣਾਵਣ ਆਈਆਂ ਛੂਹਾ ਵੇਸ ਵਿਕਾਰ। ਪਾਖੰਡ ਪ੍ਰੇਮ ਨਾ ਪਾਈਐ ਖੋਟਾ ਪਾਜ ਖੁਆਰ। ਹਰ ਜੀਓ ਇਉਂ ਪਿਰ ਰਾਵੈ ਨਾਰ। ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾ ਲੈ ਸਵਾਰ। ਰਹਾਉ ਗੁਰ ਸ਼ਬਦੀ ਸ਼ਿੰਗਾਰੀਆ ਤਨ ਮਨ ਪਿਰਕੈ ਪਾਸ। ਦੋਏ ਕਰ ਜੋੜ ਖੜੀ ਤੱਕੈ ਸੱਚ ਕਹਿੈ ਅਰਦਾਸ। ਲਾਲ ਰਤੀ ਸੱਚ ਭੈ ਵਸੀ ਭਾਏ ਰਤੀ ਰੰਗ ਰਾਸ। ਪ੍ਰੈ ਕੀ ਚੇਰੀ ਕਾਂਡੀਐ ਲਾਲੀ ਮਾਨੈ ਨਾਉ। ਸਾਚੀ ਪ੍ਰੀਤ ਨ ਟੁੱਟਈ ਸਾਚੇ ਮੇਲ ਮਿਲਾਉ। ਸ਼ਬਦ ਰਤੀ ਮਨ ਵੇਦਿਆ ਹਉ ਸਦ ਬਲਿਹਾਰੈ ਜਾਉ। ਸਾ ਧਨ ਰੰਡ ਨ ਬੈਸਈ ਜੇ ਸਤਿਗੁਰੂ ਮਾਹੇ ਸਮਾਏ। ਪਿਰ ਰਿਸਾਲੂ ਨੌ ਤਨੋ ਸਾਚੋ ਮਰੈ ਨ ਜਾਏ। ਨਿਤ ਰਵੈ ਸੁਹਾਗਣੀ ਸਾਚੀ ਨਦਰ ਰਜਾਏ। ਸਾਚ ਧੜੀ ਧਨ ਮਾਂਡੀਐ ਕਾਪੜ ਪ੍ਰੇਮ ਸ਼ਿੰਗਾਰ। ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ। ਦੀਪਕ ਸ਼ਬਦ ਵਿਗਾਸਿਆ RAM ਨਾਮ ਉਰਹਾਰ। ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ। ਸੋਭਾ ਸੁਰਤ ਸੁਹਾਵਣੀ ਸਾਚੈ ਪ੍ਰੇਮ ਅਪਾਰ। ਬਿਨ ਪਿਰ ਪੁਰਖ ਨ ਜਾਣੇ ਸਾਚੈ ਗੁਰ ਕੈ ਹੇਤ ਪਿਆਰ। ਨਿਸ ਅੰਧਿਆਰੀ ਸੂਤੀਐ ਕਿਉ ਪਿਰ ਬਿਨ ਰੈਣ ਵਿਹਾਏ। ਅੰਕ ਜਲੋ ਤਨ ਜਾਲੀਓ ਮਨ ਧਨ ਜਲ ਬਲ ਜਾਏ। ਸਾ ਧਨ ਕੰਤ ਨ ਰਾਵੀਆ ਤਾਂ ਬਿਰਥਾ ਜੋ ਬਨ ਜਾਏ। ਸੇਜੈ ਕੰਤ ਸਹੇਲੜੀ ਸੂਤੀ ਬੂਝ ਨ ਪਾਏ। ਹਉ ਸੁਤੀ ਪਿਰ ਜਾਗਣਾ ਕਿਸ ਕੋ ਪੁੱਛੋਂ ਜਾਏ। ਸਤਿਗੁਰੂ ਮੇਲੀ ਭੈ ਵਸੀ ਨਾਨਕ ਪ੍ਰੇਮ ਸਖਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਤਿਗੁਰ ਦੀ ਅਪਾਰ ਬਖਸ਼ਿਸ਼ ਤੇ ਰਹਿਮਤ ਦੇ ਨਾਲ ਅੰਮ੍ਰਿਤਮਈ ਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਸਾਡੇ ਜੀਵਨ ਦੇ ਵਿੱਚ ਸਾਨੂੰ ਗਿਆਨ ਦਾ ਚਾਨਣ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬਖਸ਼ ਕੇ ਸਾਡੀ ਜੀਵਨ ਦਾ ਮਾਰਗ ਨੂੰ ਬੜਾ ਨਿਰਮਲ ਤੇ ਸੁਹਾਵਣਾ ਬਣਾਇਆ ਹੈ। ਅੱਜ ਦੇ ਅੰਮ੍ਰਿਤਮਈ ਪਾਵਨ ਸ਼ਬਦ ਜੋ ਆਪ ਜੀ ਨੇ ਹੁਣੇ ਸਰਵਣ ਕੀਤੇ ਨੇ, ਇਹ ਪਾਵਨ ਸ਼ਬਦ ਸ਼੍ਰੀ ਰਾਗ ਦੇ ਵਿੱਚ ਸ਼ਬਦ ਨੰਬਰ ਸ਼੍ਰੀ ਰਾਗ ਦੇ ਅਸ਼ਟਪਦੀਆਂ ਦਾ ਦੂਸਰਾ ਸ਼ਬਦ ਹੈ। ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਇਸ ਪਾਵਨ ਸ਼ਬਦ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ। ਸਾਨੂੰ ਜੀਵਨ ਦੀਆਂ ਤਮਾਮ ਰਹਿਮਤਾਂ ਬਖਸ਼ਿਸ਼ਾਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਇਸ ਪਾਵਨ ਸ਼ਬਦ ਦੇ ਵਿੱਚ ਸ਼੍ਰੀ ਰਾਗ ਮਹੱਲਾ ਪਹਿਲਾ। ਸੱਬੇ ਕੰਤ ਮਹੇਲੀਆਂ ਸਗਲੀਆਂ ਕਰੇ ਸ਼ਿੰਗਾਰ। ਸਤਿਗੁਰੂ ਜੀ ਇਸ ਪਾਵਨ ਸ਼ਬਦ ਵਿੱਚ ਇਸਤਰੀਆਂ ਦੀ ਉਦਾਹਰਨ ਦੇ ਕੇ, ਕਿਉਂਕਿ ਇਸਤਰੀ ਦਾ ਇੱਕ ਅੰਦਰ ਦੀ ਮਨ ਦੀ ਉਹਦੀ ਭਾਵਨਾ ਰਹਿੰਦੀ ਹੈ ਕਿ ਮੈਂ ਆਪਣੇ ਆਪ ਨੂੰ ਵੱਧ ਤੋਂ ਵੱਧ ਸ਼ਿੰਗਾਰ ਕਰਾਂ। ਦੁਨੀਆ ਦੇ ਜਿੰਨੇ ਕਾਸਮੈਟਿਕਸ ਨੇ, ਜਿੰਨੀਆਂ ਵੱਡੀਆਂ ਕੰਪਨੀਆਂ ਨੇ, ਸਭ ਕੁਝ ਔਰਤ ਨੂੰ ਭਰਮਾਉਣ ਵਾਸਤੇ ਹੀ ਵੱਖ-ਵੱਖ ਕਰੀਮਾਂ, ਵੱਖ-ਵੱਖ ਕਿਸਮ ਦੇ ਸ਼ੈਂਪੂ, ਵੱਖ-ਵੱਖ ਕਿਸਮ ਦੇ ਡਿਓਡਰੈਂਟ ਆਦਿਕ ਬਣਾਉਂਦੀਆਂ ਨੇ। ਅਤੇ ਸੱਚ ਜਾਣਿਓ, ਕਈ ਘਰਾਂ ਦੇ ਵਿੱਚ ਤੇ ਆਪ ਜੀ ਵੇਖੋਗੇ
ਕਿ ਮਨੁੱਖ ਦੇ ਪੇਟ ਵਿੱਚ ਭਾਵੇਂ ਰੋਟੀ ਪਾਉਣ ਜੋਗੇ ਪੈਸੇ ਹੋਣ ਭਾਵੇਂ ਨਾ ਹੋਣ, ਪਰ ਸ਼ਿੰਗਾਰ ਕਰਨ ਵਾਸਤੇ ਵੱਧ ਤੋਂ ਵੱਧ ਪੈਸੇ ਜਿਹੜੇ ਨੇ ਲਾਏ ਜਾਂਦੇ ਹਨ। ਬਿਊਟੀ ਪਾਰਲਰ ਵਰਗੇ ਦੁਨੀਆ ਦਾ ਇੱਕ ਐਸਾ ਧੰਦਾ ਹੈ ਜਿਹਦਾ ਕਦੀ ਵੀ ਸਮਾਪਤੀ ਨਹੀਂ ਹੋ ਸਕਦੀ। ਸੋ ਔਰਤ ਹਮੇਸ਼ਾ ਆਪਣੇ ਆਪ ਨੂੰ ਸ਼ਿੰਗਾਰਨਾ ਚਾਹੁੰਦੀ ਹੈ, ਆਪਣੇ ਆਪ ਨੂੰ ਖੂਬਸੂਰਤ ਬਣਾਉਣਾ ਚਾਹੁੰਦੀ ਹੈ। ਸਤਿਗੁਰੂ ਜੀ ਇਸੇ ਕਰਕੇ ਉਹਨਾਂ ਤਮਾਮ ਔਰਤਾਂ ਦੀ ਉਦਾਹਰਨ ਦੇ ਕੇ ਜੀਵ ਇਸਤਰੀ ਰੂਪੀ ਆਤਮਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਹਿਜ ਬਖਸ਼ਿਸ਼ ਕਰ ਰਹੇ ਹਨ। ਸਭੇ ਕੰਤ ਮਹੇਲੀਆਂ ਸਗਲੀਆਂ ਕਰੇ ਸ਼ਿੰਗਾਰ। ਕਹਿੰਦੇ ਜਿੰਨੀਆਂ ਵੀ ਜੀਵ ਇਸਤਰੀਆਂ ਨੇ, ਪਰਮਾਤਮਾ ਖਸਮ ਨੂੰ ਭਰਮਾਉਣ ਵਾਸਤੇ ਹਰ ਕੋਈ ਆਪੋ ਆਪਣੇ ਤਰੀਕੇ ਦਾ ਸ਼ਿੰਗਾਰ ਕਰਦੀਆਂ ਹਨ। ਜਿੰਨੀਆਂ ਵੀ ਭਾਵ ਜਿਹੜੀ ਆਤਮਾ ਦੀ ਗੱਲ ਇੱਥੇ ਕੀਤੀ ਜਾ ਰਹੀ ਹੈ, ਅਸੀਂ ਜਿੰਨੇ ਵੀ ਇਸ ਜਗਤ ਦੇ ਵਿੱਚ ਜੀਵਨ ਜੂ ਰਹੇ ਹਾਂ, ਭਾਵੇਂ ਪੁਰਖ ਆ ਅਤੇ ਭਾਵੇਂ ਔਰਤ ਆ, ਪਰ ਸਭ ਤੋਂ ਪਹਿਲੀ ਜਿਹੜੀ ਗੱਲ ਹੈ ਉਹ ਜੀਵ ਇਸਤਰੀ ਹੈ। ਇਸ ਜਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਆਤਮਾ ਫੈਮੀਨਨ ਦੇ ਵਿੱਚ ਆ, ਫੀਮੇਲ ਦੇ ਵਿੱਚ ਆ, ਇਸਤਰੀ ਲਿੰਗ ਦੇ ਵਿੱਚ ਆ। ਇਸੇ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਇਸ ਆਤਮਾ ਦਾ ਕੋਈ ਕੰਤ ਹੈ, ਮਾਲਕ ਹੈ, ਸੁਆਮੀ ਹੈ, ਤੇ ਉਹ ਪਰਮਾਤਮਾ ਹੈ। ਤੇ ਸਭ ਕਹਿੰਦੇ ਆਦਿ ਕਾਲ ਤੋਂ ਲੈ ਕੇ ਹੁਣ ਤੱਕ ਪਰਮਾਤਮਾ ਦੀਆਂ ਕਹਾਣੀਆਂ ਤੇ ਬਹੁਤ ਸੁਣਾਈਆਂ ਗਈਆਂ। ਪਰਮਾਤਮਾ ਨੂੰ ਕਿਵੇਂ ਮਿਲਣਾ ਹੈ, ਇਸ ਬਾਬਤ ਪੁਜਾਰੀ ਨੇ ਬੜੇ ਵੱਡੇ ਵੱਡੇ ਗ੍ਰੰਥ ਲਿਖੇ। ਪਰਮਾਤਮਾ ਨੂੰ ਭਰਮਾਉਣ ਵਾਸਤੇ ਕਈ ਜੀਵ ਇਸਤਰੀਆਂ, ਕਈ ਮਨੁੱਖ ਕੀ ਕਰਦੇ ਹਨ, ਭਾਂਤ ਭਾਂਤ ਦੇ ਸ਼ਿੰਗਾਰ ਕਰਦੇ ਹਨ, ਧਾਰਮਿਕ ਕਰਮਕਾਂਡ ਕਰਦੇ ਹਨ, ਪਖੰਡ ਕਰਦੇ ਹਨ ਕਿ ਸ਼ਾਇਦ ਇਹਨਾਂ ਚੀਜ਼ਾਂ ਤੋਂ ਖੁਸ਼ ਹੋ ਕੇ ਪਰਮਾਤਮਾ ਸਾਡੇ 'ਤੇ ਕਿਰਪਾ ਕਰ ਦੇਵੇਗਾ ਅਤੇ ਸਾਡੀਆਂ ਮੁਸ਼ਕਲਾਂ ਦਾ ਹੱਲ ਲੱਭ ਜਾਵੇਗਾ। ਅਤੇ ਸਾਹਿਬ ਜੀ ਇਹੀ ਗੱਲ ਸਮਝਾ ਰਹੇ ਨੇ, ਸਭੇ ਕੰਤ ਮਹੇਲੀਆਂ ਸਗਲੀਆਂ ਕਰੇ ਸ਼ਿੰਗਾਰ। ਸਾਰੀਆਂ ਜੀਵ ਇਸਤਰੀਆਂ ਪਰਮਾਤਮਾ ਖਸਮ ਵਾਹਿਗੁਰੂ ਨੂੰ ਭਰਮਾਉਣ ਵਾਸਤੇ, ਉਹਨੂੰ ਖੁਸ਼ ਕਰਨ ਵਾਸਤੇ ਕਈ ਤਰ੍ਹਾਂ ਦੇ ਸ਼ਿੰਗਾਰ ਕਰਦੀਆਂ ਹਨ, ਕਈ ਤਰ੍ਹਾਂ ਦੇ ਆਪਣੇ ਤਨ ਉੱਤੇ ਸ਼ਿੰਗਾਰ ਬਣਾਉਂਦੀਆਂ ਹਨ। ਗਣਤ ਗਣਾਵਣ ਆਈਆਂ ਸ਼ੂਹਾ ਵੇਸ਼ ਵਿਕਾਰ। ਸਭ ਕਹਿੰਦੇ ਪਰ ਜਿਹੜੀਆਂ ਆਪਣੇ ਸ਼ਿੰਗਾਰ ਦਾ ਵਿਖਾਵੇ ਦਾ ਮਾਣ ਕਰਦੀਆਂ ਹਨ, ਉਹਨਾਂ ਦਾ ਗੂੜਾ ਲਾਲ ਪਹਿਰਾਵਾ ਵਿਕਾਰ ਹੀ ਪੈਦਾ ਕਰਦਾ ਹੈ। ਬੜੀ ਪਿਆਰੀ ਗੱਲ ਸੱਚੇ ਪਾਤਸ਼ਾਹ ਨੇ ਇਹਦੇ ਵਿੱਚ ਸਮਝਾਉਣ ਦੇ ਦੋ ਪੱਖ ਇਹਦੇ ਵਿੱਚ ਬੜੇ ਸਮਝਣਯੋਗ ਨੇ। ਇੱਕ ਔਰਤ ਸ਼ਿੰਗਾਰ ਕਰਦੀ ਹੈ ਆਪਣੇ ਪਤੀ ਨੂੰ ਮੈਂ ਚੰਗੀ ਲੱਗਾ। ਇੱਕ ਔਰਤ ਸਾਦੀ ਰਹਿੰਦੀ ਹੈ, ਉਹ ਆਪਣੇ ਗੁਣਾਂ ਦਾ ਸ਼ਿੰਗਾਰ ਕਰਦੀ ਹੈ। ਇੱਕ ਬਾਹਰ ਦੀ ਖੂਬਸੂਰਤੀ ਹੈ, ਇੱਕ ਅੰਦਰ ਦਾ ਸ਼ਿੰਗਾਰ ਹੈ। ਜਿਵੇਂ ਅਸੀਂ ਦੁਨਿਆਵੀ ਜੀਵਨ ਵਿੱਚ ਜਿਉਂਦੇ ਹਾਂ, ਜਿਹੜੀ ਔਰਤ ਬਾਹਰ ਦਾ ਖੂਬਸੂਰਤ ਸ਼ਿੰਗਾਰ ਕਰੇ, ਬੜੇ ਵੰਨ ਸੁਵੰਨੇ ਭੜਕੀਲੇ ਰੰਗ ਦੇ ਲਿਬਾਸ ਪਹਿਨੇ, ਪਰ ਉਹਦੇ ਅੰਦਰ ਗੁਣ ਕੋਈ ਨਾ ਹੋਵੇ, ਸਭ ਕਹਿੰਦੇ ਐਸਾ ਸ਼ਿੰਗਾਰ ਵਿਕਾਰ ਪੈਦਾ ਕਰਦਾ ਹੈ। ਸੋ ਇਸ ਗੱਲ ਨੂੰ ਥੋੜ੍ਹਾ ਜਿਹਾ ਹੋਰ ਅੰਤਰੀਵ ਸਮਝੀਏ। ਇਵੇਂ ਹੀ ਜਿੰਨੇ ਵੀ ਅਸੀਂ ਮਨੁੱਖਾ ਜਾਤੀ ਦੇ ਵਿੱਚ ਅਸੀਂ ਕਰਮ ਕਰ ਰਹੇ ਹਾਂ, ਅਸੀਂ ਵਿਕਾਰ ਦੀ ਭਾਵਨਾ ਮੁੱਖ ਰੱਖ ਕੇ ਕਰ ਰਹੇ ਹਾਂ। ਵਿਕਾਰ ਲਾਲਚ ਦਾ ਵੀ ਹੋ ਸਕਦਾ ਹੈ। ਅਖੰਡ ਪਾਠ ਕਰਾ ਰਹੇ ਹਾਂ, ਧਾਰਮਿਕ ਰਸਮਾਂ ਨਿਭਾ ਰਹੇ ਹਾਂ, ਕਾਹਦੇ ਵਾਸਤੇ? ਮੇਰਾ ਇਹ ਸਵਾਰਥ ਪੂਰਾ ਹੋ ਜੇ, ਮੇਰਾ ਵੀਜ਼ਾ ਲੱਗ ਜਾਵੇ, ਫਲਾਨੀਆਂ ਚੀਜ਼ਾਂ ਆਦਿ ਕਈ ਇਹੋ ਜਿਹੀਆਂ ਮਨ ਤੋਂ ਉਪਜੀਆਂ ਹੋਈਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਕਰ ਰਹੇ ਹਾਂ। ਵੇਖਣ ਨੂੰ ਅਸੀਂ ਧਾਰਮਿਕ ਕਰਮ ਕਰ ਰਹੇ ਹਾਂ, ਪਰ ਉਹ ਧਾਰਮਿਕ ਕਰਮਾਂ ਦੇ ਵਿੱਚ ਅਸੀਂ ਲਾਲਚ ਆਪਣਾ ਬਿਠਾਇਆ ਹੋਇਆ ਹੈ। ਅਤੇ ਸਾਹਿਬ ਜੀ ਕਹਿੰਦੇ ਗਣਤ ਗਣਾਵਣ ਆਈਆਂ ਸੂਹਾ ਵੇਸ਼ ਵਿਕਾਰ। ਜਿਹੜੀਆਂ ਜੀਵ ਇਸਤਰੀਆਂ ਆਪਣੇ ਸ਼ਿੰਗਾਰ ਦਾ ਵਿਖਾਵਾ ਕਰਦੀਆਂ ਹਨ, ਭਾਵ ਆਪਣੇ ਕਰਮ ਕਾਂਡਾਂ ਨੂੰ ਲੋਕਾਂ ਦੇ ਸਾਹਮਣੇ ਆਪ ਦੱਸਦੀਆਂ ਹਨ। ਜਿਵੇਂ ਕੋਈ ਮਨੁੱਖ, ਅਸੀਂ ਬਾਣੀ ਪੜ੍ਹਨੀ ਹੈ ਆਪਣੇ ਗਿਆਨ ਦੇ ਵਾਸਤੇ, ਅਸੀਂ ਪਾਠ ਕਰਨਾ ਹੈ ਤਾਂ ਕਿ ਸਾਡੇ ਜੀਵਨ ਦੇ ਵਿੱਚ ਗਿਆਨ ਦਾ ਵਾਧਾ ਹੋਵੇ। ਪਰ ਜੇ ਮੈਂ ਲੋਕਾਂ ਨੂੰ ਇਹ ਕਹਿ ਕੇ ਜਾ ਕੇ ਸੁਣਾਵਾਂ ਜੀ ਮੈਂ ਤਾਂ ਪੂਰਾ ਗੁਰੂ ਗ੍ਰੰਥ ਸਾਹਿਬ ਇੱਕ ਚੌਂਕੜੇ ਵਿੱਚ ਬਹਿ ਕੇ ਕਰ ਲੈਣਾ ਜਾਂ ਕਰ ਲੈਂਦੀ ਹਾਂ, ਜਾਂ ਮੈਂ ਇੰਨੀਆਂ ਬਾਣੀਆਂ ਰੋਜ਼ ਪੜ੍ਹਦੀ ਹਾਂ ਜਾਂ ਪੜ੍ਹਦਾ ਵਾਂ, ਅਤੇ ਸੱਚੇ ਪਾਤਸ਼ਾਹ ਕਹਿੰਦੇ ਇਹਦਾ ਕੀ ਭਾਵ? ਦੂਸਰੇ ਨੂੰ ਇਹਦਾ ਕੀ ਭਾਵ ਆ? ਇਹ ਭਾਈ ਇਹ ਤਾਂ ਇਵੇਂ ਹੀ ਆ ਜਿਵੇਂ ਕਿਸੇ ਨੇ ਲਾਲ ਰੰਗ ਦਾ ਸੂਹੇ ਕੱਪੜੇ ਪਾ ਲਏ ਹੋਣ ਅਤੇ ਉਹਦੇ ਵਿੱਚੋਂ ਵਿਕਾਰ ਤਾਂ ਉਪਜ ਸਕਦਾ ਹੈ, ਪਰ ਉਹਦੇ ਵਿੱਚੋਂ ਗੁਣ ਪੈਦਾ ਨਹੀਂ ਹੋ ਸਕਦਾ। ਪਾਖੰਡ ਪ੍ਰੇਮ ਨਾ ਪਾਈਐ, ਖੋਟਾ ਪਾਜ ਖੁਆਰ। ਸਭ ਕਹਿੰਦੇ ਚੇਤਾ ਰੱਖੀ, ਇਹੋ ਜਿਹੇ ਵਿਖਾਵੇ ਦੇ ਨਾਲ ਜਿਹੜਾ ਰੱਬ ਖੁਸ਼ ਨਹੀਂ ਹੁੰਦਾ, ਪ੍ਰੇਮ ਨਹੀਂ ਜੀਵਨ ਵਿੱਚ ਆ ਸਕਦਾ। ਤੁਸੀਂ ਕਾਮ ਤੇ ਪ੍ਰਗਟ ਕਰ ਸਕਦੇ ਹੋ, ਕਾਮਨਾਵਾਂ ਦਾ ਵੇਗ ਤੇ ਬਣਾ ਸਕਦੇ ਹੋ, ਪਰ ਜੇ ਪ੍ਰੇਮ ਆ ਨਾ, ਪ੍ਰੇਮ ਨਹੀਂ ਉਪਜਦਾ। ਪ੍ਰੇਮ ਇੱਕ ਹਿਰਦੇ ਦੀ ਭਾਵਨਾ ਹੈ। ਅੱਜ ਬਹੁਤ ਕੁਝ ਮਨੁੱਖ ਵੇਖ ਰਿਹਾ ਹੈ, ਗੰਦੀਆਂ ਫਿਲਮਾਂ, ਗੰਦੇ ਗੀਤ ਆਦਿਕ ਜੋ ਕੁਝ ਆ, ਔਰਤ ਨੂੰ ਬੜੇ ਹੀ ਤਰੀਕੇ ਨਾਲ ਮਾਡਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।
ਸਤਿਗੁਰੂ ਗੁਰਦੇਵ ਜੀ ਮਹਾਰਾਜ ਕਹਿੰਦੇ ਇਵੇਂ ਹੀ ਐ ਮਨੁੱਖ ਤੂੰ ਜੋ ਕੁਝ ਕਰ ਰਿਹਾ ਨਾ, ਇਹ ਸਭ ਕੁਝ ਤੇਰੇ ਅੰਦਰ ਬੈਠਾ ਹੋਇਆ ਤੇਰਾ ਕੂੜ ਕਬਾੜਾ ਹੈ, ਜਿਹਨੂੰ ਲੁਕਾਉਣ ਲਈ ਤੂੰ ਬਾਹਰ ਤੋਂ ਧਰਮ ਦਾ ਭੇਖ ਬਣਾ ਕੇ ਬੈਠ ਗਿਆ ਹੈ। ਪਰ ਤੇਰੇ ਅੰਦਰ ਗੁਰੂ ਵਾਸਤੇ ਨਾ ਕੋਈ ਪ੍ਰੇਮ ਹੈ, ਨਾ ਸਤਿਗੁਰ ਦੇ ਵਾਸਤੇ ਕੋਈ ਭਾਵਨਾ ਹੈ। ਪਾਖੰਡ ਪ੍ਰੇਮ ਨਾ ਪਾਈਐ, ਖੋਟਾ ਪਾਜ ਖੁਆਰ। ਕਿਉਂਕਿ ਵਿਖਾਵਾ ਕੀਤਿਆਂ ਪ੍ਰਮਾਤਮਾ ਦਾ ਪਿਆਰ ਨਹੀਂ ਮਿਲਦਾ। ਕਿਉਂਕਿ ਪ੍ਰਮਾਤਮਾ ਜਾਣੀ ਜਾਣਿਆ, ਉਹਨੂੰ ਮੇਰੇ ਦਿਲ ਦੀਆਂ ਪਤਾ ਹੈ, ਉਹਨੂੰ ਮੇਰੇ ਹਿਰਦੇ ਦਾ ਪਤਾ ਹੈ। ਮੈਂ ਬਾਹਰ ਤੋਂ ਆਪਣਾ ਮੁਖੌਟਾ ਤੇ ਗੁਰਮੁਖ ਵਾਲਾ ਬਣਾ ਲਿਆ ਹੈ, ਪਰ ਅੰਦਰ ਬੇਈਮਾਨੀ ਹੈ। ਬਾਹਰੋਂ ਮੈਂ ਗੋਲ ਪੱਗ ਬੰਨ੍ਹ ਲਈ ਹੈ, ਚਿੱਟੇ ਕੱਪੜੇ ਪਾ ਲਏ ਨੇ, ਵਾਹਿਗੁਰੂ ਵਾਹਿਗੁਰੂ ਮੁਖ ਤੋਂ ਬਾਰ-ਬਾਰ ਹਰ ਇੱਕ ਅੱਖਰ ਦੇ ਵਿੱਚ, ਹਰ ਇੱਕ ਪੰਕਤੀ ਦੇ ਵਿੱਚ ਮੈਂ ਵਾਹਿਗੁਰੂ ਵਾਹਿਗੁਰੂ ਬੋਲਦਾ ਹਾਂ। ਵੇਖਣ ਵਾਲਾ ਦੂਜਾ ਇਹ ਸਮਝਦਾ ਵੀ ਬੜਾ ਇਹ ਗੁਰਮੁਖ ਹੋਵੇਗਾ, ਬੜਾ ਭਗਤ ਹੋਵੇਗਾ, ਬੜਾ ਹੀ ਅੰਦਰੋਂ ਨਿਰਮਲ ਹੋਵੇਗਾ। ਪਰ ਜਦੋਂ ਮੈਂ ਅੰਦਰੋਂ ਮੇਰੇ ਅਵਗੁਣ ਪ੍ਰਗਟ ਹੁੰਦੇ ਹਨ, ਜਦੋਂ ਮੇਰੇ ਅੰਦਰੋਂ ਮੇਰੇ ਗੁਨਾਹ ਪ੍ਰਗਟ ਹੁੰਦੇ ਹਨ, ਜਦੋਂ ਮੇਰੀ ਬੋਲੀ ਕੌੜੀ ਨਿਕਲਦੀ ਹੈ, ਤੇ ਸੱਚੇ ਪਾਤਸ਼ਾਹ ਕਹਿੰਦੇ ਇਹ ਤੇ ਇਵੇਂ ਹੀ ਆ ਜਿਵੇਂ ਕਿਸੇ ਉੱਤੇ ਬਾਹਰ ਤੋਂ ਰੰਗ ਬੜਾ ਸੋਹਣਾ ਖੂਬਸੂਰਤ ਕੀਤਾ ਹੋਵੇ ਤੇ ਅੰਦਰ ਉਹਦੇ ਗੰਧ ਹੋਵੇ। ਕਹਿੰਦੇ ਇਵੇਂ ਹੀ ਮਨੁੱਖ ਜੀਵ ਇਸਤਰੀਆਂ, ਇਹ ਮਨੁੱਖ ਕੀ ਕਰਦਾ ਹੈ? ਪਖੰਡ ਕਰਦਾ ਹੈ। ਧਾਰਮਿਕ ਲਿਬਾਸ, ਧਾਰਮਿਕ ਕਰਮਕਾਂਡ, ਇਹ ਸਾਰੇ ਪਖੰਡ ਨੇ, ਕਿਉਂਕਿ ਅੰਦਰ ਦੀ ਆਪਣੇ ਕਪਟ ਨੂੰ ਲੁਕਾਉਣ ਵਾਸਤੇ। ਬਹੁਤੇ ਮਨੁੱਖ ਸੱਚ ਜਾਣਿਓ ਅੱਜ ਗੁਰਮੁਖ ਇਸ ਕਰਕੇ ਬਣ ਜਾਂਦੇ ਨੇ ਕਿ ਸ਼ਾਇਦ ਗੁਰਮੁਖ ਬਣ ਕੇ ਸਾਡਾ ਧੰਦਾ ਚੰਗਾ ਚੱਲ ਪਵੇਗਾ। ਦਮਾਲਾ ਬੰਨ੍ਹ ਲੈਣਾ, ਲੰਬਾ ਦਾੜਾ ਰੱਖ ਲੈਣਾ, ਦੁਕਾਨ ਦੇ ਵਿੱਚ 24 ਘੰਟੇ ਸੁਖਮਨੀ ਸਾਹਿਬ ਦੀ ਕੈਸਟ ਚੱਲਦੀ ਜਾਣੀ, ਗੱਡੀਆਂ ਦੇ ਵਿੱਚ ਸੁਖਮਨੀ ਸਾਹਿਬ ਦੀ ਬਾਣੀ ਪੜ੍ਹੀ ਜਾਣੀ, ਕੀਰਤਨ ਸੁਣੀ ਜਾਣਾ, ਹੱਥ ਜੋੜ ਜੋੜ ਕੇ ਨਿਮਰਤਾ ਦੇ ਨਾਲ ਮੱਥੇ ਟੇਕਣੇ। ਪਰ ਬਾਬਾ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਇਹ ਤੇ ਇਵੇਂ ਹੀ ਹੈ ਜਿਵੇਂ ਸਿੰਬਲ ਰੁਕ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੋ ਆਵੇ ਆਸ ਕਰ ਜਾਏ ਨਾ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬਕੇ ਕੰਮ ਨਾ ਆਵੇ ਪਤ, ਮਿਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਸਭ ਕਹਿੰਦੇ ਗੁਣਾਂ ਤੋਂ ਬਿਨਾਂ ਪਰਮਾਤਮਾ ਦੇ ਵਾਸਤੇ ਪਿਆਰ ਨਹੀਂ ਪੈਦਾ ਹੋ ਸਕਦਾ। ਹਰ ਜੀਓ ਇਉਂ ਪਿਰਰਾਵੇ ਨਾਰ, ਹਰ ਜੀਓ ਹੇ ਪਰਮਾਤਮਾ ਜੀ ਇਉਂ ਇਸ ਤਰੀਕੇ ਦੇ ਨਾਲ, ਇਸ ਸ਼ਰਧਾ ਨਾਲ ਰਾਵੈ ਮਾਣਦਾ ਹੈ, ਮਿਲਦਾ ਹੈ ਪਿਆਰ, ਪਰਮਾਤਮਾ ਨਾਲ ਪਿਆਰ ਬਣਦਾ ਹੈ। ਹੇ ਪਰਮਾਤਮਾ ਜੀ ਇਹ ਸ਼ਰਧਾ ਧਾਰਿਆ ਕਿਹੜਾ ਜੀਵਨ ਵਿੱਚ ਹੁਕਮ ਕਮਾਇਆ, ਕੀ ਕਰਮ ਕਰਾਂ ਜਿਨ੍ਹਾਂ ਕਰਮਾਂ ਨਾਲ ਕੀਤਿਆਂ ਇਸ ਹਿਰਦੇ ਵਿੱਚ ਪਰਮਾਤਮਾ ਵਾਸਤੇ ਪਿਆਰ ਬਣ ਜਾਵੇ, ਨਿਰੰਕਾਰ ਦੇ ਨਾਲ ਸਾਂਝ ਬਣ ਜਾਵੇ। ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾ ਲੈ ਸਵਾਰ। ਤੁਧ ਦਾ ਅਰਥ ਹੈ ਤੈਨੂੰ, ਸੁਹਾਗਣੀ ਦਾ ਅਰਥ ਆ ਸੁਹਾਗ ਵਾਲੀਆਂ, ਭਾਵ ਚੰਗੇ ਭਾਗਾਂ ਵਾਲੀਆਂ। ਲੈ ਸਵਾਰ, ਤੂੰ ਸਵਾਰ ਲੈਣਾ ਹੈ। ਸਾਹਿਬ ਜੀ ਕਹਿੰਦੇ ਨੇ ਫਿਰ ਜਿਹੜੀਆਂ ਜੀਵ ਇਸਤਰੀਆਂ, ਜਿਹੜੇ ਮਨੁੱਖ, ਜਿਹੜੇ ਪ੍ਰਾਣੀ ਆਪਣੇ ਜੀਵਨ ਦੇ ਵਿੱਚ, ਆਪਣੇ ਜੀਵਨ ਦੇ ਹਿੱਸੇ ਦੇ ਵਿੱਚ ਪਰਮਾਤਮਾ ਦੇ ਹੁਕਮ ਨੂੰ ਵਸਾਉਣ ਲੱਗ ਪੈਂਦੇ ਹਨ, ਜੋ ਵਾਹਿਗੁਰੂ ਦੀ ਰਜ਼ਾ ਤੇ ਭਾਣੇ ਨੂੰ ਸਵੀਕਾਰ ਕਰਨ ਲੱਗ ਪੈਂਦੇ ਹਨ, ਉਹ ਜੀਵ ਇਸਤਰੀਆਂ ਪਰਮਾਤਮਾ ਨੂੰ ਚੰਗੀਆਂ ਲੱਗਦੀਆਂ ਹਨ। ਜਿਨ੍ਹਾਂ ਨੂੰ ਆਪਣੀ ਮਿਹਰ ਨਾਲ ਵਾਹਿਗੁਰੂ ਪਰਮਾਤਮਾ, ਵਾਹਿਗੁਰੂ ਜੀ ਰਹਿਮਤ ਕਰਦਿਆਂ ਹੋਇਆਂ ਉਹਨਾਂ ਦੇ ਜੀਵਨ ਵਿੱਚ ਸਚਿਆਰਤਾ ਲੈ ਆਉਂਦੇ ਹਨ, ਜੋ ਆਪਣੇ ਜੀਵਨ ਦੇ ਹਿੱਸੇ ਦੇ ਵਿੱਚ ਚੰਗੇ ਗੁਣਾਂ ਨੂੰ ਵਸਾਉਣ ਲੱਗ ਪੈਂਦੇ ਹਨ, ਗੁਣਾਂ ਦੀ ਸਾਂਝ ਕਰਨ ਲੱਗ ਪੈਂਦੇ ਹਨ ਤੇ ਆਪਣੇ ਅੰਦਰ ਦੀ ਮੈਲ ਉਤਾਰਨ ਲੱਗ ਪੈਂਦੇ ਹਨ। ਪਰ ਸਾਹਿਬ ਕਹਿੰਦੇ ਤੁਧ ਭਾਵਨ ਸੁਹਾਗਣੀ, ਫਿਰ ਇਹੋ ਜਿਹੀਆਂ ਸੁਹਾਗ ਵਾਲੀਆਂ ਜੀਵ ਇਸਤਰੀਆਂ ਪਰਮਾਤਮਾ ਨੂੰ ਚੰਗੀਆਂ ਲੱਗਦੀਆਂ ਹਨ, ਜੋ ਆਪਣੇ ਅੰਦਰ ਗੁਣਾਂ ਦੇ ਖਜ਼ਾਨੇ ਨੂੰ ਧਾਰਨ ਕਰਦੀਆਂ ਹਨ, ਨਾ ਕਿ ਪਖੰਡ ਨੂੰ। ਫਿਰ ਕਿਵੇਂ ਉਹ ਆਪਣੇ ਜੀਵਨ ਨੂੰ ਸ਼ਿੰਗਾਰਦੀਆਂ ਹਨ? ਅਗਲੀਆਂ ਪੰਕਤੀਆਂ 'ਚ ਗੁਰੂ ਜੀ ਕਿਰਪਾ ਕਰ ਰਹੇ ਨੇ, ਗੁਰ ਸ਼ਬਦੀ ਸ਼ਿੰਗਾਰੀਆਂ ਤਨ ਮਨ ਪਿਰਕੈ ਪਾਸ। ਤੇ ਕਹਿੰਦੇ ਜਿਹੜੀਆਂ ਜੀਵ ਇਸਤਰੀਆਂ, ਜਿਹੜੇ ਮਨੁੱਖ, ਜਿਹੜੇ ਪ੍ਰਾਣੀ ਸਤਿਗੁਰੂ ਦੇ ਸ਼ਬਦ ਦੇ ਰਾਹੀਂ, ਭਾਵ ਗੁਰੂ ਦੇ ਸ਼ਬਦ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਵਸਾ ਕੇ ਆਪਣੇ ਕਿਰਦਾਰ ਨੂੰ, ਆਪਣੀ ਪਰਸਨੈਲਿਟੀ ਨੂੰ ਸਵਾਰਦੇ ਹਨ, ਆਪਣੇ ਜੀਵਨ ਦੇ ਵਿੱਚ ਗੁਰੂ ਜੀ ਦੇ ਬਖਸ਼ੇ ਹੋਏ ਗੁਰੂ ਸ਼ਬਦ ਦੇ, ਗੁਰੂ ਦੀ ਬਾਣੀ ਦੇ ਵਿੱਚੋਂ ਜਿਹੜੇ ਗੁਣ ਪ੍ਰਗਟ ਹੋ ਰਹੇ ਹਨ, ਉਹਨਾਂ ਗੁਣਾਂ ਨੂੰ ਆਪਣੇ ਜੀਵਨ ਵਿੱਚ ਵਸਾਉਂਦੇ ਹਨ। ਇਹਨਾਂ ਦਾ ਸਰੀਰ ਫਿਰ ਉਹ ਆਪਣੇ ਆਤਮਿਕ ਸਰੀਰ ਨੂੰ ਪਰਮਾਤਮਾ ਵਾਹਿਗੁਰੂ ਜੀ ਦੇ ਹਵਾਲੇ ਕਰ ਦਿੰਦੇ ਹਨ। ਤਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨੀਏ ਪਾਈਏ। ਫਿਰ ਨਾ ਉਹ ਆਪਣੇ ਤਨ ਦਾ ਮਾਣ ਕਰਦੇ ਹਨ, ਨਾ ਧਨ ਦਾ, ਨਾ ਮਨ ਦਾ। ਉਹ ਸਾਰੀਆਂ ਚੀਜ਼ਾਂ ਵਾਹਿਗੁਰੂ ਪਰਮਾਤਮਾ ਦੇ ਅੱਗੇ ਰੱਖ ਦਿੰਦੇ ਹਨ, ਕਿਉਂਕਿ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਾਹਦਾ ਮਾਣ ਕਰੀਏ, ਇਹ ਸਾਡਾ ਹੈ ਹੀ ਕੁਝ ਨਹੀਂ। ਫਿਰ ਉਹ ਆਪਣੇ ਜੀਵਨ ਨੂੰ ਸਵਾਰਦੀਆਂ ਹਨ ਐਸੀਆਂ ਜੀਵ ਇਸਤਰੀਆਂ,
ਅਤੇ ਜਦੋਂ ਉਹਨਾਂ ਦਾ ਮਨ ਅਤੇ ਤਨ ਅਤੇ ਜੀਵਨ ਵਿੱਚ ਪਰਮਾਤਮਾ ਦੇ ਗੁਣ ਆ ਵਸਦੇ ਹਨ, ਫਿਰ ਉਹ ਹਰ ਵਕਤ ਪਰਮਾਤਮਾ ਦੀ ਯਾਦ ਵਿੱਚ ਟਿਕੇ ਰਹਿੰਦੇ ਹਨ। ਫਿਰ ਉਹ ਕਦੀ ਵੀ ਕੁਰਾਏ ਨਹੀਂ ਪੈਂਦੇ, ਆਪਣੇ ਜੀਵਨ ਨੂੰ ਵਿਕਾਰਾਂ ਦੇ ਰਸਤੇ 'ਤੇ ਨਹੀਂ ਤੋੜਦੇ। ਦੋਏ ਕਰ ਜੋੜ ਖੜੀ ਤੱਕੈ, ਸੱਚ ਕਹੇ ਅਰਦਾਸ। ਅਤੇ ਸਾਹਿਬ ਕਹਿੰਦੇ, ਫਿਰ ਜਿਹੜੀਆਂ ਜੀਵ ਇਸਤਰੀਆਂ ਆਪਣੇ ਮਨ ਦੇ ਅਹੰਕਾਰ ਨੂੰ ਛੱਡ ਕੇ, ਆਪਣੇ ਅੰਦਰ ਦੇ ਲੋਭ ਲਾਲਚ ਨੂੰ ਛੱਡ ਕੇ, ਹਰ ਵਕਤ ਸਾਵਧਾਨ ਹੋ ਕੇ ਪਰਮਾਤਮਾ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਅਰਜ਼ੋਈਆਂ ਬੇਨਤੀਆਂ ਕਰਦੀਆਂ ਹਨ ਕਿ ਹੇ ਵਾਹਿਗੁਰੂ ਜੀ, ਕਿਰਪਾ ਕਰੋ, ਇਸ ਜੀਵਨ ਵਿੱਚ ਸੱਚ ਵਸਾ ਦਿਓ, ਜੀਵਨ ਸੱਚ ਦੇ ਰਾਹ 'ਤੇ ਤੁਰ ਪਵੇ, ਜੀਵਨ ਵਿੱਚ ਗੁਰਮਤਿ ਆ ਵਸੇ, ਅੱਖਾਂ ਗੁਰਮਤਿ ਵੇਖਣ ਲੱਗ ਪੈਣ, ਕੰਨ ਗੁਰਮਤਿ ਸੁਣਨ ਲੱਗ ਪੈਣ। ਫਿਰ ਸਾਹਿਬ ਕਹਿੰਦੇ ਉਹਨਾਂ ਦੇ ਜੀਵਨ ਦੀ ਯਾਤਰਾ, ਉਹਨਾਂ ਦੇ ਜ਼ਿੰਦਗੀ ਜਿਉਣ ਦਾ ਢੰਗ ਪਰਮਾਤਮਾ ਦੇ ਗੁਣਾਂ ਵਰਗਾ ਬਣ ਜਾਂਦਾ ਹੈ। ਲਾਲ ਰਤੀ ਸੱਚ ਪੈ ਵਸੀ, ਪਾਏ ਰਤੀ ਰੰਗ ਰਾਸ। ਲਾਲ ਦਾ ਅਰਥ ਆ ਪਿਆਰੇ ਦੇ ਪ੍ਰੇਮ ਦੇ ਵਿੱਚ, ਰਤੀ ਦਾ ਅਰਥ ਆ ਰੰਗ ਜਾਣਾ, ਸੱਚ ਭੈ ਵਸੀ, ਸੱਚੇ ਪਰਮਾਤਮਾ ਦੇ ਡਰ ਦੇ ਵਿੱਚ ਵਸੇ ਰਹਿਣਾ, ਰਤੀ ਰੰਗ ਰਾਸ, ਅਤੇ ਆਪਣੇ ਜੀਵਨ ਨੂੰ ਪਰਮਾਤਮਾ ਦੇ ਰੰਗ ਦੇ ਵਿੱਚ ਰੰਗ ਲੈਣਾ। ਤੋ ਸਾਹਿਬ ਜੀ ਸਮੁੱਚੀ ਪੰਕਤੀ ਦੇ ਅਰਥ ਕਰਦੇ ਨੇ, ਲਾਲ ਰਤੀ ਸੱਚ ਪੈ ਵਸੀ, ਭਾਏ ਰਤੀ ਰੰਗ ਰਾਸ। ਉਹ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਪਿਆਰ ਦੇ ਵਿੱਚ ਐਸੀਆਂ ਜੀਵ ਇਸਤਰੀਆਂ ਰੰਗ ਜਾਂਦੀਆਂ ਹਨ ਜਿਹੜੀਆਂ ਪਰਮਾਤਮਾ ਦੇ ਡਰ ਅਦਬ ਦੇ ਵਿੱਚ ਟਿਕ ਜਾਂਦੀਆਂ ਹਨ। ਜਿਹੜੇ ਡਰ ਅਦਬ ਮਤਲਬ ਪਰਮਾਤਮਾ ਦੇ ਹੁਕਮ ਅਤੇ ਉਹਦੀ ਰਜ਼ਾ ਵਿੱਚ ਟਿਕ ਜਾਂਦੀਆਂ ਹਨ। ਉਹ ਫਿਰ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਰੰਗੀਆਂ ਰਹਿੰਦੀਆਂ ਹਨ ਅਤੇ ਉਹਨਾਂ ਦੇ ਰੰਗ ਦੇ ਵਿੱਚ ਸਦਾ ਇੱਕ ਰਸ ਪਰਮਾਤਮਾ ਦਾ ਹੁਕਮ ਵਸਿਆ ਰਹਿੰਦਾ ਹੈ। ਪ੍ਰੈ ਕੀ ਚੇਰੀ ਕਾਂਢੀ ਹੈ, ਲਾਲੀ ਮਾਨੈ ਨਾਉ। ਚੇਰੀ ਦਾ ਅਰਥ ਆ ਦਾਸੀ, ਕਾਂਢੀਏ ਦਾ ਅਰਥ ਆ ਕਹੀ ਜਾਂਦੀ ਹੈ। ਸਾਹਿਬ ਕਹਿੰਦੇ, ਜਿਹੜੀ ਪਰਮਾਤਮਾ ਦੇ ਚਰਨਾਂ ਦੀ ਸੇਵਕ ਜੀਵ ਇਸਤਰੀ ਬਣ ਜਾਂਦੀ ਹੈ, ਆਪਣੀ ਆਤਮਾ ਨੂੰ ਪਰਮਾਤਮਾ ਦੇ ਗੁਣਾਂ ਦੇ ਵਿੱਚ ਲੀਨ ਕਰ ਲੈਂਦੀ ਹੈ, ਉਹ ਫਿਰ ਪਰਮਾਤਮਾ ਵਾਹਿਗੁਰੂ ਦੇ ਹੁਕਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ, ਆਪਣੀ ਜ਼ਿੰਦਗੀ ਦਾ ਸਹਾਰਾ ਬਣਾ ਲੈਂਦੀ ਹੈ। ਫਿਰ ਉਹ ਪਰਮਾਤਮਾ ਦੇ ਗਿਆਨ ਨੂੰ ਆਪਣੇ ਜੀਵਨ ਵਿੱਚ ਟਿਕਾ ਕੇ ਪਰਮਾਤਮਾ ਪਤੀ ਵਾਹਿਗੁਰੂ ਦੀ ਸਦਾ ਦਾਸੀ ਬਣੀ ਰਹਿੰਦੀ ਹੈ। ਸਾਚੀ ਪ੍ਰੀਤ ਨ ਟੁੱਟਈ, ਸਾਚੇ ਮੇਲ ਮਿਲਾਓ। ਫਿਰ ਪਰਮਾਤਮਾ ਵਾਹਿਗੁਰੂ ਦੇ ਨਾਲ ਉਹਨਾਂ ਦੀ ਪ੍ਰੀਤ ਸਦਾ ਕਾਇਮ ਰਹਿੰਦੀ ਹੈ, ਉਹ ਕਦੀ ਵੀ ਨਹੀਂ ਟੁੱਟਦੀ, ਕਿਉਂਕਿ ਉਹ ਫਿਰ ਪਰਮਾਤਮਾ ਦੇ ਹੁਕਮ ਤੋਂ ਬਾਹਰ ਜਾਂਦੀਆਂ ਹੀ ਨਹੀਂ। ਐਸੀਆਂ ਜੀਵ ਇਸਤਰੀਆਂ ਉਹ ਬਾਹਰ ਦੇ ਤਨ ਦੇ ਸ਼ਿੰਗਾਰ ਨਾਲੋਂ ਮਨ ਦਾ ਸ਼ਿੰਗਾਰਨਾ ਜ਼ਿਆਦਾ ਖੂਬਸੂਰਤ ਸਮਝਦੀਆਂ ਹਨ, ਆਪਣੇ ਮਨਾਂ ਨੂੰ ਗੁਣਾਂ ਨਾਲ ਸੰਵਾਰਦੀਆਂ ਹਨ ਅਤੇ ਉਹਨਾਂ ਦੇ ਅੰਦਰ ਪਰਮਾਤਮਾ ਦੇ ਵਾਸਤੇ ਮਿਲਾਪ ਬਣ ਜਾਂਦਾ ਹੈ। ਉਹ ਸਦਾ ਗਿਆਨ ਨੂੰ ਪ੍ਰਾਪਤ ਕਰਕੇ ਸੱਚ ਦੇ ਰਾਹ 'ਤੇ ਤੁਰਦੀਆਂ ਹਨ। ਸ਼ਬਦ ਰਤਨੀ ਮਨ ਵਿਦਿਆ। ਪਰ ਚੇਤਾ ਰੱਖਿਓ, ਇਹ ਸਭ ਕੁਝ ਪ੍ਰਾਪਤ ਕਦੋਂ ਹੋਇਆ ਹੈ? ਜਦੋਂ ਸ਼ਬਦ, ਦੱਦੇ ਨੂੰ ਸਿਹਾਰੀ ਹੈ ਇੱਥੇ, ਸ਼ਬਦ ਰਤੀ ਮਨ ਨਨਿਥ ਲਿਆਉਂਕੜ ਹੈ। ਸ਼ਬਦ ਦੇ ਰੰਗ ਦੇ ਵਿੱਚ, ਸ਼ਬਦ ਦੇ ਗਿਆਨ ਦੇ ਵਿੱਚ ਜਦੋਂ ਇਹ ਮਨ ਵਿੱਝ ਗਿਆ, ਹਉ ਸਦ ਬਲਿਹਾਰੇ ਜਾਉ, ਫਿਰ ਪਰਮਾਤਮਾ ਵਾਹਿਗੁਰੂ ਤੋਂ ਸਦਕੇ ਜਾਂਦਾ ਹੈ ਇਹ ਮਨ, ਕੁਰਬਾਨ ਜਾਂਦਾ ਹੈ ਇਹ ਮਨ। ਅਗਲੀਆਂ ਪੰਕਤੀਆਂ ਚੌਥਾ ਬੰਦ ਹੈ। ਸਾਹਿਬ ਕਹਿੰਦੇ, ਸਾ ਧਨ ਰੰਡ ਨਾ ਬੈਸਈ, ਜੇ ਸਤਿਗੁਰੂ ਮਾਹੇ ਸਮਾਏ। ਜਿਹੜੀਆਂ ਜੀਵ ਇਸਤਰੀਆਂ ਗੁਰੂ ਸ਼ਬਦ ਵਿੱਚ ਸੁਰਤ ਜੋੜੀ ਰੱਖਦੀਆਂ ਹਨ, ਉਹ ਕਦੀ ਵੀ ਫਿਰ ਵਿਧਵਾ ਨਹੀਂ ਹੁੰਦੀਆਂ, ਭਾਵ ਰੰਡੀਆਂ ਨਹੀਂ ਹੁੰਦੀਆਂ। ਇੱਥੇ ਗੁਰੂ ਜੀ ਰੰਡ ਸ਼ਬਦ ਜਿਹੜਾ ਹੈ ਵਿਧਵਾ ਨੂੰ ਕਿਹਾ ਜਾਂਦਾ ਸੀ। ਅਤੇ ਸਾਹਿਬ ਕਹਿੰਦੇ, ਜਿਨ੍ਹਾਂ ਦੇ ਸਿਰ ਉੱਤੇ ਪਰਮਾਤਮਾ ਰੂਪੀ ਸਾਈਂ ਬਹਿ ਜਾਵੇ, ਉਹ ਨਿਆਸਰੀਆਂ ਨਹੀਂ ਰਹਿੰਦੀਆਂ, ਨਥਾਵੀਆਂ ਨਹੀਂ ਰਹਿੰਦੀਆਂ, ਉਹ ਸਦਾ ਪਰਮਾਤਮਾ ਵਾਹਿਗੁਰੂ ਦੇ ਘਰ ਵਿੱਚ ਪ੍ਰਵਾਨ ਹੋ ਜਾਂਦੀਆਂ ਹਨ। ਸਾ ਧਨ ਰੰਡ ਨਾ ਬੈਸਈ, ਉਹ ਕਦੀ ਵੀ ਵਿਧਵਾ ਨਹੀਂ ਹੁੰਦੀਆਂ, ਕਿਉਂਕਿ ਉਹਨਾਂ ਦੇ ਸਿਰ ਦਾ ਸੁਹਾਗ ਪਰਮਾਤਮਾ ਕਦੀ ਵੀ ਉਹਨਾਂ ਤੋਂ ਦੂਰ ਨਹੀਂ ਜਾਂਦਾ। ਪਰ ਸ਼ਰਤ ਇਹ ਕਦੋਂ? ਜਦੋਂ ਉਹ ਸ਼ਬਦ ਦੇ ਵਿੱਚ, ਗੁਰੂ ਦੀ ਗਿਆਨ ਦੇ ਵਿੱਚ ਆਪਣੇ ਆਪ ਨੂੰ ਟਿਕਾ ਲੈਂਦੀਆਂ ਹਨ। ਸਤਿਗੁਰੂ ਮਾਹੇ ਸਮਾਏ, ਅਤੇ ਉਹ ਸਦਾ ਪਰਮਾਤਮਾ ਪਤੀ ਦੇ ਵਿੱਚ ਸਮਾਈਆਂ ਰਹਿੰਦੀਆਂ ਹਨ। ਪਿਰ ਰਿਸਾਲੂ ਨੌ ਤਣੋ, ਸਾਚੋ ਮਰੇ ਨਾ ਜਾਏ। ਰਿਸਾਲੂ ਦਾ ਅਰਥ ਆ ਰਸਾਂ ਦਾ ਘਰ, ਆਨੰਦ ਦਾ ਸੋਮਾ। ਨੌ ਤਣੋ ਦਾ ਅਰਥ ਆ ਨਵਾਂ, ਜਿਸ ਦਾ ਪਿਆਰ ਕਦੇ ਪੁਰਾਣਾ ਨਹੀਂ ਹੁੰਦਾ, ਨਾ ਜਾਏ, ਨਹੀਂ ਜੰਮਦਾ ਨਾ ਮਰਦਾ। ਫਿਰ ਸਾਹਿਬ ਕਹਿੰਦੇ, ਐਸਾ ਪਰਮਾਤਮਾ ਉਹਨਾਂ ਦਾ ਸਦਾ ਜੀਵਨ ਦਾ ਆਸਰਾ ਸਹਾਰਾ ਬਣ ਜਾਂਦਾ ਹੈ, ਜੋ ਕਦੀ ਵੀ ਮਰਦਾ ਨਹੀਂ, ਉਹ ਕਦੀ ਵੀ ਆਪਣੀ ਜੀਵ ਇਸਤਰੀ ਤੋਂ ਦੂਰ ਨਹੀਂ ਹੁੰਦਾ।
ਤੇ ਸਦਾ ਐਸੇ ਗਿਆਨ ਦੇ ਰਸ ਵਿੱਚ ਭਿੱਜੀ ਹੋਈ ਗੁਰਮਤਿ ਦੇ ਰਾਹ 'ਤੇ ਤੁਰਨ ਵਾਲੇ ਮਨੁੱਖ ਰੂਪੀ ਜੀਵ ਇਸਤਰੀ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ। ਉਹ ਸਦਾ ਪਿਆਰ ਦੇ ਰੰਗ ਦੇ ਵਿੱਚ ਰੰਗੀਆਂ ਰਹਿੰਦੀਆਂ ਹਨ। ਉਹਨਾਂ ਦੇ ਜੀਵਨ ਦੇ ਵਿੱਚ ਰੋਜ਼ ਨਵਾਂ ਪ੍ਰਭਾਵ ਰਹਿੰਦਾ ਹੈ, ਕਿਉਂਕਿ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਆਪਣੇ ਜੀਵਨ ਨੂੰ ਜੋੜ ਲੈਂਦੀਆਂ ਹਨ, ਜੋ ਨਾ ਮਰਦਾ ਹੈ ਨਾ ਜੰਮਦਾ ਹੈ। ਨਿਤ ਰਵੈ ਸੁਹਾਗਣੀ ਸਾਚੀ ਨਦਰ ਰਜ਼ਾਏ। ਉਹ ਸਦਾ ਆਪਣੇ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਦੀ ਕਿਰਪਾ ਦੇ ਨਾਲ ਉਹਦੀ ਰਜ਼ਾ ਦੇ ਵਿੱਚ ਤੁਰ ਕੇ ਉਹਦੀ ਸੁਹਾਗਣ ਬਣ ਜਾਂਦੀਆਂ ਹਨ, ਅਤੇ ਐਸੀਆਂ ਜੀਵ ਇਸਤਰੀਆਂ ਨੂੰ ਸਦਾ ਪਰਮਾਤਮਾ ਦਾ ਪਿਆਰ ਮਿਲਦਾ ਰਹਿੰਦਾ ਹੈ। ਸਾਚ ਧੜੀ ਧਨ ਮਾਂਡੀਐ ਕਾਪੜ ਪ੍ਰੇਮ ਸ਼ਿੰਗਾਰ। ਸਾਚ ਦਾ ਅਰਥ ਆ ਸੱਚੀਆਂ, ਧੜੀ ਦਾ ਅਰਥ ਆ ਪੱਟੀਆਂ, ਮਾਂਡੀਐ ਸਜਾਉਂਦੀਆਂ ਹਨ। ਸਾਹਿਬ ਕਹਿੰਦੇ ਜਿਹੜੀਆਂ ਜੀਵ ਇਸਤਰੀਆਂ ਅਕਾਲ ਪੁਰਖ ਵਾਹਿਗੁਰੂ ਦੇ ਗਿਆਨ ਦੇ ਵਿੱਚ ਟਿਕ ਜਾਂਦੀਆਂ ਹਨ, ਉਹਨਾਂ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੀਆਂ ਹਨ, ਪਰਮਾਤਮਾ ਦੇ ਗੁਣਾਂ ਰੂਪੀ ਹੁਕਮ ਦੇ ਮੁਤਾਬਕ ਜੀਵਨ ਜੂੜਦੀਆਂ ਹਨ, ਇਹ ਮਾਨੋ ਉਹ ਪਤੀ ਪਰਮਾਤਮਾ ਨੂੰ ਸਦਾ ਪ੍ਰਸੰਨ ਕਰਦੀਆਂ ਹਨ। ਕੇਸਾਂ ਦੀਆਂ ਪੱਟੀਆਂ ਸਵਾਰਦੀਆਂ ਹਨ, ਭਾਵ ਜਿਵੇਂ ਤੁਸੀਂ ਵੇਖੋ ਕਈ ਵਾਰੀ ਨਾ ਕੁਝ ਔਰਤਾਂ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਆਪਣੇ ਕੇਸਾਂ ਦੇ ਵਿੱਚ ਹੱਥ ਫੇਰਦੀਆਂ ਹਨ, ਆਪਣੀਆਂ ਕੇਸਾਂ ਦੀਆਂ ਵਾਲਾਂ ਦੀਆਂ ਵੱਟੀਆਂ ਨੂੰ ਮਰੋੜ ਕੇ ਗੀਤ ਗਾਉਂਦੀਆਂ ਹਨ ਜਦੋਂ ਆਪਣੇ ਪ੍ਰੀਤਮ ਦੇ ਪ੍ਰੇਮ ਵਿੱਚ ਰੰਗੀਆਂ ਹੋਣ। ਇਵੇਂ ਹੀ ਜਿਹੜੀਆਂ ਸੱਚ ਦੇ ਰਾਹ 'ਤੇ ਚੱਲਣ ਵਾਲੀਆਂ ਗੁਰਮਤਿ ਪਿਆਰੀਆਂ, ਗੁਰੂ ਦੇ ਰਾਹ 'ਤੇ ਤੁਰਨ ਵਾਲੀਆਂ ਗੁਰਮੁਖ ਸਖੀਆਂ ਨੇ, ਉਹ ਸਦਾ ਆਪਣੇ ਗਿਆਨ, ਇੱਥੇ ਕੇਸਾਂ ਦਾ ਅਰਥ, ਵੱਟੀਆਂ ਦਾ ਅਰਥ ਕੀ ਹੈ? ਮਨੁੱਖ ਦਾ ਕੇਸਾਂ ਦਾ ਸੰਬੰਧ ਮਨੁੱਖ ਦੇ ਸਿਰ ਨਾਲ ਆ, ਅਤੇ ਸਿਰ ਦੇ ਵਿੱਚ ਮਨੁੱਖ ਦਾ ਦਿਮਾਗ ਆ, ਅਤੇ ਦਿਮਾਗ ਹੀ ਮਨੁੱਖ ਦੀ ਅਕਲ ਦਾ ਪ੍ਰਤੀਕ ਆ। ਜਿਸ ਮਨੁੱਖ ਦੀ ਅਕਲ ਉੱਚੀ ਹੈ, ਅਤੇ ਅਕਲ ਉੱਚੀ ਹੁੰਦੀ ਹੈ ਮਨੁੱਖ ਦੀ ਸੂਝ, ਸਮਝ, ਗਿਆਨ ਅਤੇ ਤਜਰਬੇ ਦੇ ਨਾਲ। ਜਿਵੇਂ ਜਿਵੇਂ ਮਨੁੱਖ ਜੀਵਨ ਦੀਆਂ ਮੁਸ਼ਕਲਾਂ ਦੇ ਵਿੱਚੋਂ ਲੰਘਦਾ ਹੈ, ਉਵੇਂ ਉਵੇਂ ਗਿਆਨਵਾਨ, ਤਜਰਬੇਕਾਰ ਅਤੇ ਸਮਝਦਾਰ ਬਣਦਾ ਜਾਂਦਾ ਹੈ। ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਵੇਂ ਹੀ ਫਿਰ ਗੁਰੂ ਦੇ ਸਿੱਖ, ਗੁਰੂ ਦੇ ਮੱਤ 'ਤੇ ਤੁਰਨ ਵਾਲੀਆਂ ਜਿਹੜੀਆਂ ਜੀਵ ਇਸਤਰੀਆਂ ਹਨ, ਆਪਣੇ ਸੁਰਤ ਦੇ ਵਿੱਚ ਜਦੋਂ ਸੱਚ ਰੂਪੀ ਕੇਸਾਂ ਦੇ ਵਾਲਾਂ ਦੀਆਂ ਗੁੱਥੀਆਂ ਕਰਦੀਆਂ ਹਨ, ਉਹਦੀਆਂ ਚੋਟੀਆਂ ਬਣਾਉਂਦੀਆਂ ਹਨ, ਅਤੇ ਉਹਦੇ ਪ੍ਰੇਮ ਦੇ ਵਿੱਚ ਰੰਗ ਕੇ, ਉਹਦੇ ਗਿਆਨ ਵਿੱਚ ਰੰਗ ਕੇ, ਉਹਦੇ ਵਿੱਚ ਸੱਚ ਦੇ ਰਾਹ 'ਤੇ ਤੁਰਦੀਆਂ ਹਨ, ਕਾਪੜ ਪ੍ਰੇਮ ਸ਼ਿੰਗਾਰ। ਅਤੇ ਪਰਮਾਤਮਾ ਨੂੰ ਪਿਆਰਾ ਲੱਗਣ ਵਾਲਾ ਸੋਹਣਾ ਸੱਚ ਦਾ ਕੱਪੜਾ ਆਪਣੇ ਤਨ 'ਤੇ ਪਾਉਂਦੀਆਂ ਹਨ, ਅਤੇ ਗੁਣਾਂ ਦਾ ਸ਼ਿੰਗਾਰ ਕਰਕੇ ਆਪਣੇ ਜੀਵਨ ਨੂੰ ਗੁਰਮਤਿ ਦੇ ਰਾਹ 'ਤੇ ਤੋਰਦੀਆਂ ਹਨ। ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ। ਚੰਦਨ ਆਪ ਸਾਰੇ ਜਾਣਦੇ ਹੋ, ਇੱਕ ਬੜੀ ਖੂਬਸੂਰਤ ਸੁਗੰਧੀ ਰੂਪੀ ਇੱਕ ਰੁੱਖ ਦਾ ਨਾਮ ਹੈ। ਚੀਤ ਦਾ ਅਰਥ ਹੈ ਚਿੱਤ ਦੇ ਵਿੱਚ, ਦੀਪਕ ਦਾ ਅਰਥ ਹੈ ਦੀਵਾ। ਸ਼ਬਦ, ਗੁਰੂ ਦੇ ਸ਼ਬਦ ਵਿੱਚ ਵਿਗਸਿਆ ਆਪਣਾ ਹਿਰਦਾ ਟਿਕਾ ਕੇ ਰੱਖਣਾ। ਸਾਹਿਬ ਕਹਿੰਦੇ ਜਿਸ ਪਰਮਾਤਮਾ ਦੇ ਪਿਆਰ ਦੇ ਵਿੱਚ, ਜਿਸ ਨੇ ਆਪਣੇ ਆਪ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਗਿਆਨ ਦੇ ਵਿੱਚ ਆਪਣੇ ਚਿੱਤ ਨੂੰ ਵਸਾ ਲਿਆ ਹੈ, ਉਹ ਮਾਨੋ ਉਸਨੇ ਆਪਣੇ ਮੱਥੇ ਉੱਤੇ ਚੰਦਨ ਦਾ ਟਿੱਕਾ ਲਾ ਲਿਆ ਹੈ। ਜਿਹਦੇ ਸਭ ਦੇਖੋ ਕੈਸੀ ਗੱਲ ਕਮਾਲ ਦੀ ਹੈ, ਇੱਥੇ ਸਮਝਣ ਵਾਲੀ ਗੱਲ ਹੈ। ਬੜੀ ਬਰੀਕੀ ਰੂਪੀ ਪੰਕਤੀਆਂ ਨੇ, ਸ਼ਬਦ ਬੜਾ ਵੱਡਾ ਹੈ, ਅਤੇ ਮੈਂ ਨਹੀਂ ਚਾਹੁੰਦਾ ਕਿ ਸਮਾਂ ਜ਼ਿਆਦਾ ਲੱਗੇ, ਇਸ ਕਰਕੇ ਤੂਕ ਮਾਤਰ ਅਰਥ ਆਪ ਨਾਲ ਸਾਂਝੇ ਕਰ ਰਿਹਾ ਹਾਂ, ਪਰ ਬੜੀ ਕਮਾਲ ਦੀ ਗੱਲ ਹੈ। ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ। ਮਨੁੱਖ ਦੀ, ਜਦੋਂ ਵੀ ਮਨੁੱਖ ਕੋਈ ਗਲਤ ਫੈਸਲਾ ਲੈਂਦਾ ਹੈ ਜਾਂ ਕਲੇਸ਼ ਪਾਉਂਦਾ ਹੈ, ਜਦੋਂ ਇਹਦਾ ਦਿਮਾਗ ਗਰਮ ਹੋ ਜਾਂਦਾ ਹੈ, ਅਤੇ ਜਦੋਂ ਦਿਮਾਗ ਗਰਮ ਹੋ ਜਾਵੇ ਨਾ, ਫਿਰ ਮਨੁੱਖ ਦੇ ਕੋਲ ਇਹੋ ਜਿਹੇ ਫੈਸਲੇ ਮਨੁੱਖ ਲੈਂਦਾ ਹੈ ਜਿਹੜੇ ਇਹਦੇ ਪੈਰਾਂ ਦੇ ਵਿੱਚ ਬੇੜੀਆਂ ਪਾ ਦਿੰਦੇ ਹਨ। ਸਾਹਿਬ ਕਹਿੰਦੇ ਜਦੋਂ ਗੁਰਮਤਿ ਦੇ ਗਾਡੀ ਰਾਹ 'ਤੇ ਖਿਮਾ ਕਰਨਾ, ਗੁਰੂ ਹੁਕਮ ਦੇ ਰਸਤੇ 'ਤੇ ਤੁਰਨ ਵਾਲਾ ਜਿਹੜਾ ਗੁਰੂ ਦਾ ਸਿੱਖ ਆ ਨਾ, ਉਹ ਆਪਣੇ ਅੰਦਰ ਸੱਚ ਨੂੰ ਵਸਾਉਂਦਾ ਹੈ, ਅਤੇ ਆਪਣੇ ਮੱਥੇ ਦੇ ਉੱਪਰ ਸੱਚ ਰੂਪੀ ਗੁਰੂ ਦੇ ਗਿਆਨ ਦਾ, ਸ਼ਬਦ ਦਾ, ਚੰਦਨ ਦਾ ਜਿਹੜਾ ਟਿੱਕਾ ਲਾਉਂਦਾ ਹੈ, ਜਿਹਦੇ ਨਾਲ ਗੁਰੂ ਸ਼ਬਦ ਉਹਦੀ ਸੁਰਤ ਵਿੱਚ ਟਿਕਿਆ ਰਹਿੰਦਾ ਹੈ, ਅਤੇ ਉਹਦਾ ਦਿਮਾਗ ਸਦਾ ਬ੍ਰੇਨ ਠੰਡਾ ਅਤੇ ਗਿਆਨਵਾਨ ਰਹਿੰਦਾ ਹੈ। ਮੰਦਰ ਦਸਵਾਂ ਦੁਆਰ। ਅਤੇ ਫਿਰ ਉਹ ਆਪਣੇ ਆਪ ਦੇ ਦਸਮ ਦੁਆਰ ਦਾ ਅਰਥ ਹੈ ਗਿਆਨ ਦਾ ਸਾਗਰ ਉਹਦੇ ਮੱਤ ਵਿੱਚ ਫੁੱਟ ਪੈਂਦਾ ਹੈ, ਅਤੇ ਉਹ ਆਪਣੇ ਮਨ ਨੂੰ ਮੰਦਰ ਬਣਾ ਲੈਂਦਾ ਹੈ। ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ। ਫਿਰ ਉਹਦੇ ਹਿਰਦੇ ਦੇ ਵਿੱਚ ਗੁਰੂ ਦਾ ਸ਼ਬਦ ਰੂਪੀ ਗਿਆਨ ਦਾ ਦੀਵਾ ਸਦਾ ਜਗ ਜਾਂਦਾ ਹੈ, ਅਤੇ ਉਹਦੇ ਅੰਦਰ ਜਦੋਂ ਇਹ ਗਿਆਨ ਦਾ ਦੀਵਾ ਜਗ ਜਾਂਦਾ ਹੈ, ਫਿਰ ਉਹ ਰਾਮ ਨਾਮ ਉਰਹਾਰ, ਪਰਮਾਤਮਾ ਦਾ ਗਿਆਨ ਉਹਦੇ ਜੀਵਨ ਦਾ
ਸਦਾ ਸ਼ਿੰਗਾਰ ਬਣ ਜਾਂਦਾ ਹੈ। ਨਾਰੀ ਅੰਦਰ ਸੋਹਣੀ, ਮਸਤਕ ਮਣੀ ਪਿਆਰ। ਮਸਤਕ ਦਾ ਅਰਥ ਆ ਮੱਥੇ ਉੱਤੇ, ਮਣੀ ਦਾ ਅਰਥ ਆ ਰਤਨ। ਜਿਸ ਨੇ ਆਪਣੇ ਮੱਥੇ ਦੇ ਉੱਪਰ, ਭਾਵ ਜਿਹਨੇ ਆਪਣੇ ਸੁਰਤ ਦੇ ਵਿੱਚ ਪਰਮਾਤਮਾ ਦੇ ਗਿਆਨ ਨੂੰ, ਉਹਦੇ ਹੁਕਮ ਨੂੰ, ਉਹਨੂੰ ਆਪਣੇ ਜੀਵਨ ਵਿੱਚ ਟਿਕਾ ਲਿਆ ਹੈ। ਜਿਸ ਨੇ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਵਾਹਿਗੁਰੂ ਦੇ ਨਾਲ ਆਪਣਾ ਪ੍ਰੇਮ ਪਾ ਲਿਆ ਹੈ, ਆਪਣੀ ਸੁਰਤ ਜੋੜ ਲਈ ਹੈ, ਉਹਦਾ ਕਿਰਦਾਰ, ਉਹਦੀ ਸੂਰਤ, ਉਹਦੀ ਸੀਰਤ ਸਭ ਘੜੀ ਜਾਂਦੀ ਹੈ। ਸੋਭਾ ਸੁਰਤ ਸੁਹਾਵਣੀ, ਸਾਚੈ ਪ੍ਰੇਮ ਅਪਾਰ। ਅਤੇ ਇਸ ਨੂੰ ਉਹ ਆਪਣੀ ਸੋਭਾ ਸਮਝਦੀਆਂ ਹਨ ਜੀਵ ਇਸਤਰੀਆਂ, ਜੋ ਸਦਾ ਪਰਮਾਤਮਾ ਦੇ ਨਾਮ ਦੇ ਵਿੱਚ ਟਿਕੀਆਂ ਰਹਿੰਦੀਆਂ ਹਨ। ਅਤੇ ਐਸੀਆਂ ਜੀਵ ਇਸਤਰੀਆਂ ਸੰਸਾਰ ਦੇ ਵਿੱਚ ਮੰਨੀਆਂ ਪ੍ਰਮੰਨੀਆਂ ਬਣ ਜਾਂਦੀਆਂ ਹਨ, ਕਿਉਂਕਿ ਸੱਚ ਦੇ ਰਾਹ 'ਤੇ ਚੱਲਣ ਵਾਲੇ ਦੀ ਸਦਾ ਜੈ ਜੈਕਾਰ ਹੁੰਦੀ ਹੈ। ਬਿਨ ਪਿਰ ਪੁਰਖ ਨ ਜਾਣੇ, ਸਾਚੈ ਗੁਰ ਕੈ ਹੇਤ ਪਿਆਰ। ਸਾਹਿਬ ਕਹਿੰਦੇ ਉਹ ਆਪਣੇ ਗੁਰੂ ਸ਼ਬਦ ਦੇ ਪ੍ਰੇਮ ਦੇ ਪਿਆਰ ਵਿੱਚ ਸਦਾ ਸਥਿਰ ਰਹਿ ਕੇ, ਸਦਾ ਸ਼ਬਦ ਦੇ ਵਿੱਚ ਟਿਕ ਕੇ, ਸਦਾ ਗੁਰੂ ਦੇ ਕੋਲੋਂ ਗਿਆਨ ਪੁੱਛ ਪੁੱਛ ਕੇ ਆਪਣੇ ਜੀਵਨ ਦੇ ਇੱਕ ਇੱਕ ਕਦਮ ਨੂੰ ਤੋਰਦੀਆਂ ਹਨ। ਉਹਨਾਂ ਦੇ ਹਿਰਦੇ ਵਿੱਚ ਸੱਚੇ ਗੁਰੂ ਦਾ ਪਿਆਰ ਬਣ ਜਾਂਦਾ ਹੈ ਅਤੇ ਐਸੇ ਪਿਆਰ ਦੇ ਨਾਲ ਉਹਨਾਂ ਦੀ ਜਾਣ ਪਛਾਣ ਜਗਤ ਵਿੱਚ ਹੋ ਜਾਂਦੀ ਹੈ। ਫਿਰ ਉਹਨਾਂ ਦੀ ਜਾਣ ਪਛਾਣ ਨੂੰ ਕੋਈ ਵੀ ਰੋਕ ਨਹੀਂ ਸਕਦਾ। ਅਤੇ ਐਸੀਆਂ ਜੀਵ ਇਸਤਰੀਆਂ ਫਿਰ ਪਰਮਾਤਮਾ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਨਾਲ ਆਪਣੇ ਜੀਵਨ ਦੀਆਂ ਸਾਂਝ ਨਹੀਂ ਪਾਉਂਦੀਆਂ। ਨਿਸ ਅੰਧਿਆਰੀ ਸੁੱਤੀ ਹੈ, ਕਿਉਂ ਪਿਰ ਬਿਨ ਰੈਣ ਵਿਹਾਏ। ਨਿਸ ਅੰਧਿਆਰੀ ਦਾ ਅਰਥ ਹੈ ਹਨੇਰੀ ਰਾਤ ਵਿੱਚ। ਹਨੇਰੀ ਰਾਤ ਦਾ ਮਤਲਬ ਹੈਗਾ ਅਗਿਆਨਤਾ ਦੀ ਘੁੱਪ, ਅੰਧੇਰ, ਜਿਹਦੇ ਵਿੱਚ ਮਾਇਆ ਦੀ ਪ੍ਰਬਲ ਨਸ਼ਾ ਮਨੁੱਖ ਜਿਸ ਨਸ਼ੇ ਵਿੱਚ ਟਿਕਿਆ ਰਹਿੰਦਾ ਹੈ। ਸਾਹਿਬ ਕਹਿੰਦੇ ਜਿਹੜਾ ਮਾਇਆ ਦਾ ਕਾਲੀ ਘੋਰੀ ਰਾਤ ਜੀਵਨ ਵਿੱਚ ਪਈ ਹੋਈ ਨਾ ਇਸ ਜੀਵ ਇਸਤਰੀ ਦੇ, ਇਹਦੀਆਂ ਅੱਖਾਂ ਸੱਚ ਨਹੀਂ ਵੇਖਦੀਆਂ, ਕੰਨ ਸੱਚ ਨਹੀਂ ਸੁਣਦੇ। ਤਾਂ ਸਾਹਿਬ ਕਹਿੰਦੇ ਐਸੀਆਂ ਜੀਵ ਇਸਤਰੀਆਂ ਪਰਮਾਤਮਾ ਦੇ ਮਿਲਾਪ ਤੋਂ ਬਿਨਾਂ ਜ਼ਿੰਦਗੀ ਦੀ ਰਾਤ ਨੂੰ ਮੁਸ਼ਕਲਾਂ ਦੇ ਵਿੱਚ ਬਤੀਤ ਕਰਦੀਆਂ ਹਨ, ਕਿਉਂਕਿ ਉਹ ਸਦਾ ਆਪਣੀ ਮੱਤ ਪਿੱਛੇ ਤੁਰਦੀਆਂ ਹਨ, ਆਪਣੇ ਮਨ ਦੀਆਂ ਗੱਲਾਂ ਮੰਨਦੀਆਂ ਹਨ। ਮਾਇਆ ਦੇ ਜਾਲ ਵਿੱਚ ਨਿਤ ਫਸੀਆਂ ਰਹਿੰਦੇ ਨੇ ਐਸੇ ਮਨੁੱਖ, ਅਤੇ ਆਪਣੇ ਜੀਵਨ ਦੇ ਪੈਂਡੇ ਨੂੰ ਔਖੀਆਂ ਘਾਟੀਆਂ ਵਿੱਚ ਬਤੀਤ ਕਰਦੇ ਹੋਏ ਆਤਮ ਹੱਤਿਆ ਕਰਕੇ ਆਪਣੀ ਜੀਵਨ ਦੀ ਆਤਮ ਘਾਤੀ ਬਣ ਕੇ ਆਪਣੇ ਜੀਵਨ ਨੂੰ ਬਰਬਾਦ ਕਰ ਲੈਂਦੇ ਹਨ। ਅੰਕ ਜਲੋ ਤਨ ਜਾਲੀਓ, ਮਨ ਤਨ ਜਲ ਬਲ ਜਾਏ। ਅੰਕ ਦਾ ਅਰਥ ਹੈ ਹਿਰਦਾ, ਜਲੋ ਦਾ ਅਰਥ ਹੈ ਸੜ ਜਾਏ। ਸਭ ਕਹਿੰਦੇ ਸੜ ਜਾਏ ਉਹ ਹਿਰਦਾ, ਉਹ ਸਰੀਰ ਜਿਸ ਵਿੱਚ ਪਰਮਾਤਮਾ ਦਾ ਗਿਆਨ ਨਹੀਂ, ਜਿਸ ਨੇ ਆਪਣੇ ਜੀਵਨ ਨੂੰ ਪਰਮਾਤਮਾ ਦੇ ਗਿਆਨ ਨਾਲ ਨਹੀਂ ਜੋੜਿਆ। ਪ੍ਰਭੂ ਦੇ ਗਿਆਨ ਤੋਂ ਬਿਨਾਂ ਮਨ ਵਿਕਾਰਾਂ ਦੇ ਵਿੱਚ ਸੜ ਬਲ ਜਾਂਦਾ ਹੈ ਅਤੇ ਮਾਇਆ ਦੇ ਵਿੱਚ ਮਨੁੱਖ ਦਾ ਜੀਵਨ ਵਿਅਰਥ ਬਤੀਤ ਹੁੰਦਾ ਹੈ। ਭਾਵ ਮਾਇਆ ਦੇ ਵਿਕਾਰਾਂ ਦੇ ਵਿੱਚ, ਝੂਠੀ ਸੋਭਾ ਦੇ ਵਿੱਚ, ਝੂਠੇ ਮਾਣ ਸਨਮਾਨ ਵਿੱਚ ਇਹ ਜ਼ਿੰਦਗੀ ਆਪਣੀ ਇਸ ਨਸ਼ੇ ਵਿੱਚ ਹੀ ਬਤੀਤ ਕਰ ਲੈਂਦਾ ਹੈ। ਸਾ ਤਨ ਕੰਤ ਨਾ ਰਾਵੀਆ, ਤਾਂ ਬਿਰਥਾ ਜੋਬਨ ਜਾਏ। ਸਾਹਿਬ ਕਹਿੰਦੇ ਜੇ ਜੀਵ ਇਸਤਰੀ ਨੂੰ ਪਰਮਾਤਮਾ ਪਤੀ ਨੇ ਪਿਆਰ ਹੀ ਨਾ ਕੀਤਾ, ਜੇ ਇਸ ਜੀਵਨ ਵਿੱਚ ਪਰਮਾਤਮਾ ਦਾ ਗਿਆਨ ਹੀ ਨਾ ਵਸਾਇਆ, ਅਤੇ ਸਾਹਿਬ ਕਹਿੰਦੇ ਫਿਰ ਐਸੇ ਮਨੁੱਖ ਦਾ ਜੀਵਨ ਕਿਸ ਕੰਮ ਦਾ ਜਿਹਦੀ ਜਵਾਨੀ ਵਿਅਰਥ ਚਲੀ ਗਈ, ਜਿਹਨੇ ਆਪਣੀ ਜਵਾਨੀ ਦੇ ਉਦਮ ਦੇ ਵਿੱਚ ਸੱਚ ਦੇ ਰਾਹ ਨੂੰ ਧਾਰਨ ਹੀ ਨਹੀਂ ਕੀਤਾ। ਸੇਜੈ ਕੰਤ ਮਹੇਲੜੀ, ਸੁੱਤੀ ਬੂਝ ਨਾ ਪਾਏ। ਸਾਹਿਬ ਕਹਿੰਦੇ ਜਿਹੜੀਆਂ ਐਸੀਆਂ ਮਾਇਆ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਜੀਵ ਇਸਤਰੀਆਂ ਮਨੁੱਖ ਨੇ, ਉਹ ਸਦਾ ਮਾਇਆ ਦੀ ਨੀਂਦ ਵਿੱਚ ਸੁੱਤੀਆਂ ਰਹਿੰਦੀਆਂ ਹਨ ਅਤੇ ਜੀਵਨ ਦੀ ਯਾਤਰਾ ਕਦੋਂ ਉਹਨਾਂ ਦੇ ਲਾਗਿਓਂ ਟੁੱਟ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਇਹ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਉਹ ਸਾਰੀ ਜ਼ਿੰਦਗੀ ਵਿਕਾਰਾਂ ਵਿੱਚ ਹੀ ਬਤੀਤ ਕਰਦੀਆਂ ਹਨ। ਹਉ ਸੁੱਤੀ ਪਿਰ ਜਾਗਣਾ, ਕਿਸ ਕੋ ਪੁੱਛੋਂ ਜਾਏ। ਸਾਹਿਬ ਕਹਿੰਦੇ ਹੇ ਪ੍ਰਮਾਤਮਾ ਵਾਹਿਗੁਰੂ ਜੀ, ਮੈਂ ਜੀਵ ਇਸਤਰੀ ਮਾਇਆ ਦੇ ਮੋਹ ਦੀ ਨੀਂਦ ਵਿੱਚ ਸਦਾ ਸੁੱਤੀ ਰਹਿੰਦੀ ਹਾਂ ਅਤੇ ਮਾਇਆ ਦੀ ਅਗਨ ਦੇ ਵਿੱਚ ਹੀ ਲਿਪਟੀ ਰਹਿੰਦੀ ਹਾਂ। ਮੈਂ ਇਸ ਮਾਇਆ ਦੇ ਵਿੱਚੋਂ ਕਿਵੇਂ ਆਪਣੇ ਜੀਵਨ ਨੂੰ ਪਾਸੇ ਕਰਾਂ, ਕਿਹਨੂੰ ਮੈਂ ਜਾ ਕੇ ਪੁੱਛਾਂ, ਕਿਹਨੂੰ ਜਾ ਕੇ ਦੱਸਾਂ। ਇਹ ਤੁਸੀਂ ਮੈਨੂੰ ਦੱਸੋ ਕਿ ਮੇਰੇ ਜੀਵਨ ਵਿੱਚ ਇਸ ਅਗਿਆਨਤਾ ਦੀ ਨੀਂਦ ਵਿੱਚੋਂ ਮੈਂ ਉੱਪਰ ਉੱਠ ਜਾਵਾਂ ਅਤੇ ਸਦਾ ਵਾਸਤੇ ਪਰਮਾਤਮਾ ਦੇ ਗਿਆਨ ਦੇ ਵਿੱਚ ਜਾਗ ਜਾਵਾਂ। ਸਤਿਗੁਰੂ ਮੇਲੀ ਭੈ ਵਸੀ, ਨਾਨਕ ਪ੍ਰੇਮ ਸੁਖਾਏ। ਹੇ ਜੀਵ, ਨਾਨਕ ਜੀ ਆਖਦੇ ਹਨ, ਗੁਰੂ ਨਾਨਕ ਪਾਤਸ਼ਾਹ ਜੀ, ਜਿਹੜੀਆਂ ਜੀਵ ਇਸਤਰੀਆਂ ਨੇ ਸਤਿਗੁਰੂ ਸੱਚੇ ਦੇ ਨਾਲ ਆਪਣਾ ਪਿਆਰ ਪਾ ਲਿਆ, ਗੁਰੂ ਸ਼ਬਦ ਨੂੰ ਆਪਣੇ ਜੀਵਨ ਦਾ ਅੰਗ ਬਣਾ ਲਿਆ,
ਗੁਰੂ ਸ਼ਬਦ ਦੇ ਗਿਆਨ ਦੇ ਨਾਲ ਉਹਨਾਂ ਨੂੰ ਪਰਮਾਤਮਾ ਦੀ ਸੋਝੀ ਹੋ ਜਾਂਦੀ ਹੈ ਅਤੇ ਉਹ ਸਦਾ ਪਰਮਾਤਮਾ ਦੇ ਡਰ ਅਦਬ ਦੇ ਵਿੱਚ ਟਿਕੀਆਂ ਰਹਿੰਦੀਆਂ ਹਨ ਅਤੇ ਉਹਨਾਂ ਨੂੰ ਪਰਮਾਤਮਾ ਵਾਹਿਗੁਰੂ ਜੀਵਨ ਵਿੱਚ ਚੰਗਾ ਲੱਗਦਾ ਹੈ। ਫਿਰ ਉਹ ਜਿਹੜਾ ਸ਼ਿੰਗਾਰ ਕਰਦੀਆਂ ਹਨ ਉਹ ਸੱਚ ਦਾ ਕਰਦੀਆਂ ਹਨ ਅਤੇ ਆਪਣੇ ਮਨ ਨੂੰ ਗੁਰਮਤਿ ਦੇ ਗਾਡੀ ਰਾਹ 'ਤੇ ਤੋਰਦੀਆਂ ਹੋਈਆਂ ਆਪਣੇ ਜੀਵਨ ਨੂੰ ਸਫਲ ਬਣਾਉਂਦੀਆਂ ਹਨ। ਸੋ ਅੱਜ ਦਾ ਇਹ ਪਾਵਨ ਸ਼ਬਦ ਜਿਹਦੀ ਵਿਚਾਰ ਆਪ ਜੀ ਦੇ ਸਨਮੁਖ ਰੱਖੀ ਗਈ ਹੈ, ਇਸ ਸ਼ਬਦ ਵਿੱਚ ਸੱਚੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੀਵ ਇਸਤਰੀ ਨੂੰ ਸੱਚ ਨਾਲ ਜੋੜਨ ਦੀ ਜਿਹੜੀ ਹੈ ਉਹ ਬਖਸ਼ਿਸ਼ ਕੀਤੀ ਹੈ। ਅੱਜ ਦੇ ਵਿਚਾਰ ਕਿਵੇਂ ਲੱਗੀ ਜ਼ਰੂਰ ਦੱਸਣਾ ਜੀ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।